ਲੋਕੀ ਆਪਣੇ ਆਪ ਪ੍ਰਤੀ ਇੰਨਾ ਸੁਚੇਤ ਨਹੀਂ ਹੁੰਦੇ ਜਿੰਨਾ ਕਿ ਉਹ ਦੂਜਿਆਂ ਪ੍ਰਤੀ ਹੁੰਦੇ ਹਨ ਕਿ ਦੇਖੋ ਫਲਾਨਾ ਸਿੰਘ ਲੋਕਾਂ ਵਿੱਚ ਮਾਣ ਵਡਿਆਈ ਖੱਟਣ ਲਈ ਅਤੇ ਲੋਕਾਂ ਵਿੱਚ ਵੱਧ ਤੋਂ ਵੱਧ ਮਸ਼ਹੂਰ ਹੋਣ ਲਈ ਕੀ ਕੁਝ ਕਰ ਰਿਹਾ ਹੈ। ਕੋਈ ਬੁਲਾਰਾ ਹੋਵੇ, ਕੋਈ ਲੇਖਕ ਹੋਵੇ, ਕੋਈ ਗਾਇਕ ਜਾਂ ਗੀਤਕਾਰ ਹੋਵੇ, ਕੋਈ ਚਿੱਤਰਕਾਰ ਹੋਵੇ ਜਾਂ ਕੋਈ ਕਿਸੇ ਵੀ ਖੇਤਰ ਵਿੱਚ ਸਰਗਰਮ ਕਾਰੀਗਰ ਜਾਂ ਕਲਾਕਾਰ ਹੋਵੇ, ਤੁਸੀਂ ਇਹਨਾਂ ਸਭ ਬਾਰੇ ਅਜਿਹੀ ਸਮਝ ਰੱਖ ਸਕਦੇ ਹੋ ਕਿ ਉਹ ਆਪਣਾ ਨਾਂ ਕਮਾਉਣ ਲਈ, ਦੇਸ਼ ਦੁਨੀਆ ਵਿੱਚ ਮਸ਼ਹੂਰ ਹੋਣ ਲਈ ਦਿਨ ਰਾਤ ਜੂਝ ਰਹੇ ਹਨ। ਇੱਥੇ ਮਸ਼ਹੂਰ ਹੋਣ ਲਈ ਸੰਘਰਸ਼ ਕਰਕੇ ਨਾ ਤਾਂ ਕੋਈ ਕਲਾਕਾਰ ਜਾਂ ਕਾਰੀਗਰ ਕੋਈ ਗੁਨਾਹ ਕਰ ਰਿਹਾ ਹੁੰਦਾ ਹੈ ਅਤੇ ਨਾ ਹੀ ਤੁਸੀਂ ਉਹਨਾਂ ਬਾਰੇ ਅਜਿਹੀ ਸਮਝ ਰੱਖ ਕੇ ਕੋਈ ਗਲਤੀ ਕਰਦੇ ਹੋ ਕਿ ਉਹ ਮਸ਼ਹੂਰ ਹੋਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਮਨੁੱਖੀ ਗੁਣਾਂ ਦਾ ਵਿਕਾਸ ਮਨੁੱਖੀ ਸਮਾਜ ਵਿੱਚ ਹੀ ਸੰਭਵ ਹੁੰਦਾ ਹੈ ਅਤੇ ਇਸ ਦੇ ਲਈ ਹਰ ਗੁਣਵਾਨ ਇਨਸਾਨ ਨੂੰ ਲੋਕਾਂ ਵਿੱਚ ਆਪਣੀ ਪਛਾਣ ਕਮਾਉਣ ਲਈ ਜੂਝਣਾ ਹੀ ਪੈਂਦਾ ਹੈ। ਸਮਾਜ ਤੋਂ ਬਾਹਰ ਪਹਾੜ, ਰੁੱਖ ਜਾਂ ਨਦੀਆਂ ਨਾਲੇ ਆਦਿ ਨੇ ਤੁਹਾਨੂੰ ਕਦੇ ਨਹੀਂ ਦੱਸਣਾ ਹੁੰਦਾ ਕਿ ਤੁਸੀਂ ਚੰਗੇ ਹੋ ਜਾਂ ਬੁਰੇ ਹੋ, ਜਿਸ ਨਾਲ ਤੁਸੀਂ ਆਪਣੇ ਵਿਅਕਤੀਤਵ ਨੂੰ ਹੋਰ ਨਿਖਾਰਨ ਲਈ ਕੋਈ ਉਦਮ ਉਪਰਾਲਾ ਕਰ ਸਕੋ। ਵੱਖੋ ਵੱਖਰੀ ਸਰੀਰਕ ਬੌਧਿਕ ਯੋਗਤਾ ਰੱਖਣ ਵਾਲੇ ਲੋਕ ਆਪਣਾ ਨਾਂ ਜਾਂ ਪੈਸਾ ਕਮਾਉਣ ਲਈ ਸਿੱਧੇ ਜਾਂ ਅਸਿੱਧੇ ਢੰਗ ਨਾਲ ਰਾਹ ਚੁਣਦੇ ਰਹਿੰਦੇ ਹਨ। ਤੁਹਾਡਾ ਇਹ ਸਮਝਣਾ ਬਿਲਕੁਲ ਸਹੀ ਹੁੰਦਾ ਹੈ, ਪਰ ਤੁਸੀਂ ਆਪਣੀ ਅਜਿਹੀ ਸਮਝ ਉਹਨਾਂ ਲੋਕਾਂ ਲਈ ਨਹੀਂ ਵਰਤ ਸਕਦੇ ਜਿਹੜੇ ਆਪਣੇ ਸਮਾਜ ਦੇ ਹਿੱਤਾਂ ਲਈ ਦਿਨ ਰਾਤ ਜੂਝ ਰਹੇ ਹੁੰਦੇ ਹਨ। ਇਸ ਦੇ ਲਈ ਪੜ੍ਹਦੇ ਲਿਖਦੇ ਹੋਣ, ਜਾਗਰਤੀ ਲਈ ਲੋਕਾਂ ਵਿੱਚ ਭਾਸ਼ਣ ਦਿੰਦੇ ਹੋਣ, ਹਾਕਮ ਜਮਾਤ ਵਿਰੁੱਧ ਲੋਕਾਂ ਦੇ ਰੋਸ ਮੁਜ਼ਾਹਰਿਆਂ ਦੀ ਅਗਵਾਈ ਕਰਦੇ ਹੋਣ ਅਤੇ ਕੋਈ ਵੀ ਹੋਰ ਨਿਤ ਨਵੀਂ ਸਰਗਰਮੀ ਕਰਦੇ ਰਹਿੰਦੇ ਹੋਣ, ਉਹਨਾਂ ਜੁਝਾਰੂ ਲੋਕਾਂ ਬਾਰੇ ਤੁਸੀਂ ਇਸ ਤਰ੍ਹਾਂ ਦੀ ਸਮਝ ਨਹੀਂ ਰੱਖ ਸਕਦੇ। ਤੁਸੀਂ ਕਦੇ ਨਹੀਂ ਆਖ ਸਕਦੇ ਕਿ ਉਹ ਇਹ ਸਭ ਲੋਕਾਂ ਤੋਂ ਮਾਣ ਵਡਿਆਈ ਹਾਸਲ ਕਰਨ ਜਾਂ ਲੋਕਾਂ ਵਿੱਚ ਮਸ਼ਹੂਰ ਹੋਣ ਲਈ ਇਹ ਸਭ ਕਰ ਰਹੇ ਹਨ। ਭਲਾ ਕਿਉਂ ਨਹੀਂ ਆਖ ਸਕਦੇ? ਕਿਉਂ ਨਹੀਂ ਕਹਿ ਸਕਦੇ? ਇਸ ਦੇ ਦੋ ਕਾਰਨ ਹਨ। ਪਹਿਲਾ ਇਹ ਕਿ ਜੇਕਰ ਇਹਨਾਂ ਸਮਾਜਿਕ ਹਿੱਤਾਂ ਲਈ ਜੂਝਣ ਵਾਲੇ ਲੋਕਾਂ ਵਿੱਚ ਵੀ ਕੁਝ ਲੋਕ ਅਜਿਹੇ ਹੋਣ ਜਿਹੜੇ ਲੋਕਾਂ ਵਿੱਚ ਆਪਣੀ ਵਡਿਆਈ ਕਮਾਉਣ ਦੇ ਭੁੱਖੇ ਹੋਣ, ਉਹ ਸਵਾਰਥੀ ਲੋਕ ਬਹੁਤਾ ਸਮਾਂ ਇਸ ਰਾਹ ਉੱਤੇ ਨਹੀਂ ਚੱਲ ਪਾਉਂਦੇ, ਸਗੋਂ ਇਸ ਰਾਹ ਦੀਆਂ ਚੁਣੌਤੀਆਂ ਤੋਂ ਘਬਰਾ ਕੇ ਉਹ ਦੋ ਰਾਹ ਚੁਣਦੇ ਹਨ। ਉਹ ਛੇਤੀ ਹੀ ਇਹ ਰਾਹ ਛੱਡ ਦਿੰਦੇ ਹਨ ਜਾਂ ਫਿਰ ਆਪਣੀ ਕਹਿਣੀ ਕਰਨੀ ਬਦਲ ਕੇ ਲੋਕਾਂ ਨੂੰ ਕੁਰਾਹੇ ਪਾਉਂਦੇ ਹਨ, ਉਹਨਾਂ ਨਾਲ ਧੋਖਾ ਕਮਾਉਂਦੇ ਹਨ ਅਤੇ ਲੋਕਾਂ ਦਾ ਭਾਰੀ ਨੁਕਸਾਨ ਕਰ ਦਿੰਦੇ ਹਨ। ਚੁਣੌਤੀਆਂ ਤੋਂ ਬਚਣ ਲਈ ਉਹ ਅਜਿਹਾ ਰਾਹ ਚੁਣ ਲੈਂਦੇ ਹਨ ਜਿਸ ਵਿੱਚ ਨਾ ਤਾਂ ਹਾਕਮ ਜਮਾਤ ਦਾ ਕੋਈ ਨੁਕਸਾਨ ਹੁੰਦਾ ਹੋਵੇ ਅਤੇ ਨਾ ਹੀ ਲੋਕਾਂ ਦਾ ਕੋਈ ਫਾਇਦਾ। ਪਰ ਮਾਨਸਿਕ ਗੁਲਾਮੀ ਕਾਰਨ ਬਹੁਤ ਸਾਰੇ ਲੋਕ ਫਿਰ ਵੀ ਅਜਿਹੇ ਲੋਕਾਂ ਦੀ ਪੂੰਛ ਘੁੱਟ ਕੇ ਫੜੀ ਰੱਖਦੇ ਹਨ। ਉਹ ਕਦੇ ਨਹੀਂ ਸੋਚ ਪਾਉਂਦੇ ਕਿ ਉਹਨਾਂ ਦਾ ਇਹ ਆਗੂ ਪਹਿਲਾਂ ਕੀ ਆਖਿਆ ਕਰਦਾ ਸੀ ਪਰ ਹੁਣ ਕੀ ਕਰ ਰਿਹਾ ਹੈ। ਦੂਜੇ ਪਾਸੇ ਉਹ ਲੋਕ ਜਿਹੜੇ ਲੋਕਾਂ ਦੇ ਹਿੱਤਾਂ ਲਈ ਅਤੇ ਆਪਣੇ ਸਮਾਜ ਦੀ ਬਿਹਤਰੀ ਲਈ ਬਿਨਾਂ ਕਿਸੇ ਨਿੱਜੀ ਸਵਾਰਥ ਦੇ ਸੰਘਰਸ਼ਸ਼ੀਲ ਹੁੰਦੇ ਹਨ। ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਉਹਨਾਂ ਬਾਰੇ ਇਹ ਸੋਚ ਸਕੀਏ ਕਿ ਉਹ ਵੀ ਲੋਕਾਂ ਵਿੱਚ ਵਡਿਆਈ ਦੇ ਭੁੱਖੇ ਹਨ, ਆਪਣੇ ਆਪ ਨੂੰ ਕੋਈ ਮਹਾਨ ਵਿਦਵਾਨ ਜਾਂ ਚੰਗਾ ਬੁਲਾਰਾ ਅਖਵਾਉਣਾ ਚਾਹੁੰਦੇ ਹਨ, ਆਪਣਾ ਨਾਂ ਜਾਂ ਪੈਸਾ ਕਮਾਉਣਾ ਚਾਹੁੰਦੇ ਹਨ ਵਗੈਰਾ ਵਗੈਰਾ। ਨਹੀਂ, ਸਗੋਂ ਉਹ ਆਪਣੇ ਇਸ ਰਾਹ ਦੀਆਂ ਗੰਭੀਰ ਤੋਂ ਗੰਭੀਰ ਚੁਣੌਤੀਆਂ ਦਾ ਰੋਜ਼ਾਨਾ ਸਾਹਮਣਾ ਕਰਨ ਦੇ ਬਾਵਜੂਦ ਵੀ ਆਪਣੀ ਕਹਿਣੀ ਕਰਨੀ ਉੱਤੇ ਸਾਰੀ ਉਮਰ ਨਿਧੜਕ ਡਟੇ ਰਹਿੰਦੇ ਹਨ। ਜੇਕਰ ਇਹ ਮੰਨਿਆ ਜਾਵੇ ਕਿ ਇਸ ਸਭ ਦੇ ਪਿੱਛੇ ਉਹਨਾਂ ਦਾ ਕੋਈ ਨਿੱਜੀ ਸਵਾਰਥ ਹੈ ਜਾਂ ਉਹ ਕੋਈ ਉੱਚਾ ਮਾਣ ਸਨਮਾਨ ਪਾਉਣ ਲਈ ਇਸ ਰਾਹ ਪਏ ਹੋਏ ਹਨ, ਤਦ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਲੋਕ ਵਿਗਿਆਨਕ ਸੂਝ ਅਮਲ ਵਾਲੇ, ਨਿੱਜੀ ਜਾਇਦਾਦ ਦੇ ਖਾਤਮੇ ਲਈ ਜੂਝਣ ਵਾਲੇ ਮਾਰਕਸਵਾਦੀ ਲੋਕ ਹੁੰਦੇ ਹਨ, ਜਿਸ ਕਾਰਨ ਉਹ ਆਪਣੇ ਲਈ ਕੋਈ
बड़मूली गड्डी खरीदण, अपने छोटे मकान नूं ढाह के कोई बेमिसाल कोठी उसारन जां कोई कुर्सी हथियाउण लई वोटां बटोरन वाले निजवादी लोक नहीं हुंदे। जेकर ਉਹ ਮਾਰਕਸਵਾਦੀ अमल तो जरा भी उलट कदम उठाउंदे पाए जाण तां सूझवान लोक उन्हां नूं मक्खण चों वाल वांग कढ मारदे हन। हुण गल करिए समाज दे हितां लई जूझण वाले लोकां विच माण वडियाई कमाउण दे लालच संबंधी। साथियों, जिस राह ते ओह चलदे हन, जिहड़े राह उत्ते ओह चलदे हन, केवल यह ही अजिहा राह है जिस उत्ते चलदिआं ओह अपना कोई मान सन्मान कमाउण दी उम्मीद नहीं कर सकते। सगों जेकर किसी ने मान सन्मान ही कमाउणा होवे तां ओह लोकां लई होर बहुत सारे राह हन। समाज की बेहतरी लई जूझण वाला यह राह चुनण लई हौसला ही नहीं, सगों अपना बहुत कुछ गवाउण अते दूजिआं दे लई अपना बहुत कुछ करवान करन दी भावना भी होनी लाजमी है। समाजिक बेहतरी दे इस राह ते चलदिआं किसी नूं मान सन्मान कमाउण दी उम्मीद करन दी थां हर मोड़ ते अपमानित होण लई तैयार रहना पैंदा है। उसनूं तैयार रहना पैंदा है अपनी माँ भैन जां धी बारे अपशब्द सुनण लई। उसनूं कठोर होना पैंदा है लत्तां मुक्के अते डांगां खाण लई। इत्थों तक कि उसनूं तैयार रहना पैंदा है अपनी जान तो भी हथ धोण लई। कोई भी वह लेखक जो मौजूदा समाजिक ढांचे विच हाकम जमात द्वारा सन्मानित किया जाता है, उसने कदे लोकां लई नहीं लिखिया हुंदा, पर जे कदे लिखिया हुंदा है तद उसदी उस लिखत विच ना तां हाकम जमात का कोई नुकसान हुंदा है अते ना ही लोकां दा कोई फायदा। बंद कटवाउण दा साहस मंगदा है एक इनकलाबी लेखक होना, क्योंकि उसने ना सिर्फ उन्हां मुट्ठी भर लोकां तो सरीरक मानसिक अत्याचार सहन करने हुंदे हन जिन्हां दी रोजी रोटी ही भरम भुलेखिਆਂ ਦੇ प्रचार प्रसार ਅਤੇ इन्हां ਦੀ ਪਹਿਰੇਦਾਰੀ ਕਰਨ ਉੱਤੇ ही टिकी ਹੁੰਦੀ है, सगों मानसिक गुलामी कारण ਉਹ लोग भी उस ਤੋਂ असह पीड़ा महसूस ਕਰਨ लगते हैं जिन्हां ਦੇ हितां ਲਈ ਉਹ लेखक पल पल मर रहा ਹੁੰਦਾ है। उसके कुछ शुभ चिंतक उसनूं आपा विरोधी सुझाव देण लगते हैं कि गलत नूं गलत लिख, पर किसी की भावना नूं ठेस ना लगे। विरोधी धिर साडे विरोध लई जो भी हद पार करे, पर जिहड़े लोकां दे हक इंसाफ लई असीं जूझ रहे हुंदे हां, हज़ारां सालां दी मानसिक खड़ोत जां गुलामी दे आदी होण कारण ਉਹ लोग भी ਸਾਡੇ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਸ ਤਰ੍ਹਾਂ ਦਾ ਵਿਵਹਾਰ ਉਹ ਕਾਂ ਕੁੱਤਿਆਂ ਨਾਲ ਕਰਦੇ ਹੋਣ। ਕਿਹੜੀ ਮਾਣ ਵਡਿਆਈ ਭਲੇ ਮਾਨਸੋ, ਸਾਡੀ ਕਿਹੜੀ ਮਾਣ ਵਡਿਆਈ। मैं प्रभावशाली दृश बना के ਅਤੇ अपनी बड़ी रीझ नाल पग बन के लोगों तो वाह वडियाई कमाउण लई जां उन्हां विच किसी महान विद्वान वजों मशहूर होण लई कैमरे सामने नहीं बैठदा, सगों लोगों सामने अपनी गल जां काम रखण दा यह सलीका इसलिए प्रभावशाली बनाउणा पैंदा है क्योंकि इंसान लई अपनी गलबात कोई काम जां कोई कलाकारी लोगों सामने पेश करन दा जो ढंग हुंदा है उसकी अपनी बड़ी महत्ता हुंदी है। यह ढंग ढुकवां अते शानदार ना होवे तद तुसीं जो कुछ लोगों नूं सुणाउणा जां दिखाउणा चाहुंदे हुंदे हो उसका ओहो ही प्रभाव लोगों विच नहीं जाता जो तुसीं चाहुंदे हुंदे हो। जिहड़ा तुसीं चाहिया हुंदा है उही प्रभाव लोगों विच नहीं जाता। YouTube चैनल तो तुसीं मेरी भाषा इहो जही सुनते हो जिवें मैं कोई किताब पढ़ के बोल रहा होवां। हन सन है वगैरह वगैरह ये शब्द जिहड़े आउंदे ने किताबी भाषा दे विच, जबकि आम बोलचाल की भाषा दे विच इस तरह नहीं बोलते। पर इसकी थां जेकर मैं अपने रोजाना जीवन में वरती जाने वाली भाषा वरतदा हाँ तद इसका सूझवान ਸਰੋਤਿਆਂ ਵਿੱਚ प्रभाव चंगा नहीं जाएगा, सगों कई शब्द बहुत सारे लोगों को समझ विच ही नहीं आउंदे, उन्हां दी समझ तो बाहर ही रहते हैं।
ਮਾਝੀ ਦੁਆਬੀ ਦੀ ਗੱਲ ਛੱਡੋ, ਸਿਰਫ ਮਲਵਈ ਲੋਕਾਂ ਵਿੱਚ ਵੀ ਰੋਜ਼ਾਨਾ ਬੋਲਚਾਲ ਦੀ ਭਾਸ਼ਾ ਵਿੱਚ ਸ਼ਬਦਾਂ ਦਾ ਬਖਰੇਵਾਂ ਸਾਹਮਣੇ ਆ ਜਾਂਦਾ ਹੈ। ਉਸ ਵਕਤ ਹਾਸਾ ਹੀ ਨਹੀਂ ਆਉਂਦਾ, ਸਗੋਂ ਹੈਰਾਨੀ ਅਤੇ ਪਰੇਸ਼ਾਨੀ ਵੀ ਮਹਿਸੂਸ ਹੁੰਦੀ ਹੈ ਜਦ ਦੇਖਦੇ ਹਾਂ ਕਿ ਲੋਕ ਵਿਰੋਧੀ ਸੋਚ ਜਾਂ ਫਿਰ ਅੰਧ ਵਿਸ਼ਵਾਸਾਂ ਦੇ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਅਗਿਆਨਤਾ ਦੇ ਪਹਿਰੇਦਾਰਾਂ ਵੱਲੋਂ ਹੀ WhatsApp, Facebook ਆਦਿ 'ਤੇ ਗਰੁੱਪ ਬਣਾਏ ਮਿਲਦੇ ਹਨ, ਜਿਨ੍ਹਾਂ ਦਾ ਉਦੇਸ਼ ਇਹ ਦੱਸਿਆ ਜਾਂਦਾ ਹੈ ਕਿ ਉਹ ਸਮਾਜ ਵਿੱਚੋਂ ਅੰਧ ਵਿਸ਼ਵਾਸ ਅਤੇ ਹਰ ਤਰ੍ਹਾਂ ਦੀ ਅਗਿਆਨਤਾ ਦਾ ਹਨੇਰ ਦੂਰ ਕਰਨ ਲਈ ਨਵੀਂ ਵਿਗਿਆਨਕ ਸੋਚ ਦਾ ਪ੍ਰਚਾਰ ਕਰਨ ਲਈ ਵਚਨਬੱਧ ਹਨ। ਜਿਸ ਤਰ੍ਹਾਂ ਗੁਰੂ ਪੀਰਾਂ ਦੀਆਂ ਜੀਵਨੀਆਂ ਨਾਲ ਗੱਪ ਕਹਾਣੀਆਂ ਜੋੜਨ ਵਾਲੇ ਧਾਰਮਿਕ ਕਥਾਵਾਚਕ ਲਾਊਡ ਸਪੀਕਰ 'ਚ ਸਵੇਰੇ ਸ਼ਾਮ ਕਦੇ ਇਹ ਆਖਣਾ ਨਹੀਂ ਭੁੱਲਦੇ ਕਿ ਸਾਨੂੰ ਅੰਧ ਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਛੋਟੇ ਬੱਚਿਆਂ ਦੀ ਸਕੂਲੀ ਕਿਤਾਬ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਸਾਨੂੰ ਵਹਿਮਾਂ ਭਰਮਾਂ ਤੋਂ ਬਚਣ ਲਈ ਪਰਮਾਤਮਾ ਵਿੱਚ ਦ੍ਰਿੜ ਭਰੋਸਾ ਰੱਖਣਾ ਚਾਹੀਦਾ ਹੈ। ਮੇਰੇ ਬਹੁਤ ਸਾਰੇ ਮਿੱਤਰ ਪਿਆਰੇ ਹਨ ਜਿਹੜੇ ਧਾਰਮਿਕ ਵਿਚਾਰਧਾਰਾ ਵਾਲੇ ਹਨ, ਆਤਮਾ ਪਰਮਾਤਮਾ ਨੂੰ ਮੰਨਣ ਵਾਲੇ ਹਨ ਅਤੇ ਚੰਗੇ ਇਨਸਾਨ ਹਨ, ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਨ। ਹੁਣ ਮੇਰਾ ਉਹਨਾਂ ਨਾਲ ਸੰਬੰਧ ਹੈ ਨਾ ਕਿ ਉਹਨਾਂ ਦੇ ਕਿਸੇ ਅੰਧ ਵਿਸ਼ਵਾਸ ਜਾਂ ਕਿਸੇ ਵੀ ਗੈਰ ਵਿਗਿਆਨਿਕ ਸੋਚ ਸਰਗਰਮੀ ਨਾਲ। ਹੁਣ ਮੰਨ ਲਵੋ ਕਿ ਤੁਹਾਡੇ ਕਿਸੇ ਧਾਰਮਿਕ ਮਿੱਤਰ ਨਾਲ ਕਿਸੇ ਹੋਰ ਵਿਅਕਤੀ ਦੀ ਬਹਿਸ ਹੋ ਜਾਂਦੀ ਹੈ ਜਿਹੜਾ ਚੰਗੀ ਵਿਗਿਆਨਕ ਸੂਝ ਰੱਖਦਾ ਹੋਵੇ। ਇੱਥੇ ਤੁਹਾਡੇ ਲਈ ਇਮਤਿਹਾਨ ਦੀ ਘੜੀ ਹੁੰਦੀ ਹੈ ਕਿ ਤੁਸੀਂ ਦੋਵਾਂ ਵਿੱਚੋਂ ਕਿਸ ਦਾ ਪੱਖ ਲੈਣਾ ਹੁੰਦਾ ਹੈ। ਤੁਹਾਡੇ ਵਿੱਚ ਦੋਨਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਲਈ ਦੋਗਲਾਪਣ ਦਿਖਾਉਣ ਦੀ ਥਾਂ ਇੱਧਰ ਜਾਂ ਉੱਧਰ ਖੜੇ ਹੋਣ ਦਾ ਸਾਹਸ ਹੋਣਾ ਲਾਜ਼ਮੀ ਹੈ। ਇੱਕ ਉਦਾਹਰਨ ਲੈਂਦੇ ਹਾਂ ਕਿ ਕਦੇ ਮੇਰੇ WhatsApp ਗਰੁੱਪ ਵਿੱਚ ਇੱਕ ਮਿੱਤਰ ਨੇ ਕਰਵਾ ਚੌਥ ਦੀ ਮਨੌਤ ਨੂੰ ਸੱਟ ਮਾਰਨ ਵਾਲੀ ਪੋਸਟ ਪਾਈ ਅਤੇ ਮੁੜ ਕੇ ਉਸਨੇ ਆਪਣੇ ਕਿਸੇ ਰੁਝੇਵੇਂ ਕਾਰਨ ਲੰਮਾ ਸਮਾਂ ਉਸ ਗਰੁੱਪ ਵਿੱਚ ਮੁੜ ਝਾਤ ਨਾ ਮਾਰੀ, ਪਰ ਉਸ ਦੀ ਗੈਰ ਹਾਜ਼ਰੀ ਵਿੱਚ ਕਿਸੇ ਦੂਜੇ ਮਿੱਤਰ ਨੇ ਉਸ ਪੋਸਟ ਪਾਉਣ ਵਾਲੇ ਨੂੰ ਕਾਫੀ ਬੁਰਾ ਕਿਹਾ। ਉਸ ਦੀ ਭਾਸ਼ਾ ਵਿੱਚ ਤੁਸੀਂ, ਤੁਹਾਡਾ ਵਗੈਰਾ ਸੱਭਿਅਕ ਸ਼ਬਦ ਨਹੀਂ ਸਨ। ਉਹ ਬਦਲੇ ਵਿੱਚ ਪੋਸਟ ਪਾਉਣ ਵਾਲੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਔਖਾ ਹੋ ਰਿਹਾ ਸੀ। ਜਦ ਪੋਸਟ ਪਾਉਣ ਵਾਲੇ ਦੇ ਸੰਬੰਧ 'ਚ ਉਸਨੇ ਕਈ ਬੇਅਰਥ ਸ਼ਬਦ ਬੋਲੇ ਤਦ ਮੇਰੇ ਦੁਆਰਾ ਉਸ ਨੂੰ ਪੁੱਛਿਆ ਗਿਆ ਕਿ ਕੀ ਉਹ ਜਾਣਦਾ ਹੈ ਪੋਸਟ ਪਾਉਣ ਵਾਲਾ ਕੌਣ ਸੀ। ਬਸ ਇਸ ਪਿੱਛੋਂ ਉਹ ਗਰੁੱਪ ਵਿੱਚੋਂ ਲੈਫਟ ਹੋ ਗਿਆ। ਅਸਲ ਵਿੱਚ ਪੋਸਟ ਪਾਉਣ ਵਾਲਾ ਸੱਜਣ ਕਿਸੇ ਵੀ ਧਰਮ ਨਾਲ ਸੰਬੰਧ ਨਹੀਂ ਸੀ ਰੱਖਦਾ, ਜਿਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਉਹ ਜੂਝ ਰਿਹਾ ਸੀ, ਪੂਰੀ ਕੋਸ਼ਿਸ਼ ਕਰ ਰਿਹਾ ਸੀ ਦੂਜਾ ਵਿਅਕਤੀ। ਇੱਥੇ ਮੈਂ ਇਹ ਦੱਸਣ ਦੀ ਕੋਸ਼ਿਸ਼ ਵਿੱਚ ਹਾਂ ਕਿ ਉਹ ਪੋਸਟ ਪਾਉਣ ਵਾਲੇ ਨਾਲ ਮੇਰੀ ਕੇਵਲ WhatsApp ਉੱਤੇ ਹੀ ਜਾਣ ਪਛਾਣ ਹੋਈ ਸੀ, ਜਦਕਿ ਪੋਸਟ ਤੋਂ ਪਰੇਸ਼ਾਨੀ ਮਹਿਸੂਸ ਕਰਨ ਵਾਲਾ ਮੇਰੇ ਮੂੰਹ ਮੱਥੇ ਲੱਗਣ ਵਾਲਾ ਵਿਅਕਤੀ ਸੀ। ਹੁਣ ਜੇਕਰ ਮੈਂ ਦੋਗਲਾਪਣ ਵਰਤਦਾ ਤਦ ਬਿਨਾਂ ਸ਼ੱਕ ਉਹ ਗਰੁੱਪ ਵਿੱਚੋਂ ਲੈਫਟ ਨਾ ਹੁੰਦਾ ਜਾਂ ਫਿਰ ਉਸ ਨੂੰ ਖੁਸ਼ ਕਰਨ ਲਈ ਮੈਂ ਪੋਸਟ ਪਾਉਣ ਵਾਲੇ ਦੇ ਵਿਰੁੱਧ ਭੁਗਤਦਾ। ਲੋਕਾਂ ਨੂੰ ਆਪਣੇ ਪਦਾਰਥਵਾਦੀ ਫਲਸਫੇ ਤੋਂ ਜਾਣੂ ਹੋਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੇ ਹੱਕਾਂ ਲਈ ਜੂਝਣ ਦੇ ਨਾਂ 'ਤੇ ਕੋਈ ਗੁਰਗਾ, ਕਾਰਾਂ, ਕੋਠੀਆਂ ਜਾਂ ਸਿਆਸਤ ਵਿੱਚ ਜਾ ਕੇ ਕਿਸੇ ਆਰਾਮਦਾਇਕ ਕੁਰਸੀ ਦਾ ਮਾਲਕ ਨਾ ਬਣ ਬੈਠੇ। ਲੋਕਾਂ ਲਈ ਹੱਕ, ਇਨਸਾਫ ਅਤੇ ਬਰਾਬਰੀ ਵਾਲੇ ਸਮਾਜਿਕ ਪ੍ਰਬੰਧ ਲਈ ਸੰਘਰਸ਼ਸ਼ੀਲ ਲੋਕ ਕਦੇ ਵੀ ਨਿੱਜਵਾਦੀ ਨਹੀਂ ਹੁੰਦੇ। ਉਹ ਕਦੇ ਵੀ ਕਿਸੇ ਮਾਣ ਵਡਿਆਈ ਦੇ ਭੁੱਖੇ ਨਹੀਂ ਹੁੰਦੇ। ਭਾਵੁਕਤਾ ਮੇਰੀ ਕਮਜ਼ੋਰੀ ਹੈ, ਜਦਕਿ ਜਿਹੜਾ ਰਾਹ ਮੈਂ ਚੁਣਿਆ ਹੈ ਉਸ ਰਾਹ 'ਤੇ ਚੱਲਣਾ ਕਿਸੇ ਭਾਵੁਕ ਇਨਸਾਨ ਦਾ ਕੰਮ ਨਹੀਂ ਹੈਗਾ, ਕਿਉਂਕਿ ਇਸ ਰਾਹ 'ਤੇ ਚੱਲਣ ਵਾਲਿਆਂ ਨੂੰ ਕੀ ਕੁਝ ਸਹਿਣਾ ਪੈਂਦਾ ਹੈ ਇਸ ਦਾ ਜ਼ਿਕਰ ਅਸੀਂ ਪਹਿਲਾਂ ਕਰ ਚੁੱਕੇ ਹਾਂ। ਨਿੱਜ ਲਈ ਮਿਲਣਾ ਕੁਝ ਨਹੀਂ ਹੁੰਦਾ, ਪਰ ਗਵਾਉਣਾ ਬਹੁਤ ਕੁਝ ਪੈਂਦਾ ਹੈ। ਇਸ ਦੇ ਬਾਵਜੂਦ ਵੀ ਮੈਂ ਇਹ ਰਾਹ ਕਿਉਂ ਚੁਣਿਆ ਹੈ? ਕਿਉਂਕਿ ਸਾਡਾ ਪਿਆਰ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ, ਸਗੋਂ ਇਸ ਵਿੱਚ ਸਰਵ ਵਿਆਪਕਤਾ ਹੈ, ਜਿਸ ਦੀ ਬੁੱਕਲ ਵਿੱਚ ਨਾ ਕੇਵਲ ਸਮਾਜ ਸਗੋਂ ਪੂਰੀ ਕੁਦਰਤ ਸਮਾ ਚੁੱਕੀ ਹੈ। ਪਰ ਮੇਰੇ ਨਿੱਜੀ ਜੀਵਨ ਤੋਂ ਵਾਕਿਫ ਲੋਕ ਸਵਾਲ ਕਰੇ ਬਿਨਾਂ ਨਹੀਂ ਰਹਿ ਸਕਣਗੇ
ਕਿ ਭਲਾ ਮੈਂ ਇਹ ਰਾਹ ਕਿਉਂ ਚੁਣਿਆ ਹੈ। ਸਮਾਜ ਦੇ ਵਿੱਚ ਲਤਾੜਿਆ ਪਛਾੜਿਆ ਕੋਈ ਗਰੀਬ ਚੋਰੀਆਂ ਠੱਗੀਆਂ ਦੇ ਰਾਹ ਪੈ ਸਕਦਾ ਹੈ। ਜ਼ਿੰਦਗੀ ਤੋਂ ਅੱਕਿਆ ਹੋਇਆ ਉਹ ਨਸ਼ੀਲੇ ਪਦਾਰਥਾਂ ਦਾ ਆਦੀ ਹੋ ਸਕਦਾ ਹੈ, ਜਾਂ ਕੋਈ ਵੀ ਅਜਿਹਾ ਘਾਤਕ ਕਦਮ ਉਠਾ ਸਕਦਾ ਹੈ ਜਿਸ ਨਾਲ ਨਾ ਸਿਰਫ ਉਸ ਦਾ ਸਗੋਂ ਸਮਾਜ ਦਾ ਵੀ ਨੁਕਸਾਨ ਹੋਵੇ। ਪਰ ਉਹ ਪਿਆਰ ਦੀ ਅਤੇ ਪੂਰੇ ਸਮਾਜ ਦੇ ਭਲੇ ਦੀ ਗੱਲ ਕਿਵੇਂ ਕਰ ਸਕਦਾ ਹੈ? ਬਿਲਕੁਲ ਕਰ ਸਕਦਾ ਹੈ, ਜੇਕਰ ਉਸ ਕੋਲ ਗਿਆਨ ਦੀ ਅਮੀਰੀ ਹੋਵੇ। ਬਿਲਕੁਲ ਕਰ ਸਕਦਾ ਉਹ। ਕਿਤਾਬਾਂ ਉਸ ਦੀ ਦੁਨੀਆ ਹੋਣ, ਉਸ ਕੋਲ ਗਿਆਨ ਦੀ ਅਮੀਰੀ ਹੋਵੇ। ਆਪਣੀ ਇਸ ਅਮੀਰੀ ਸਾਹਮਣੇ ਮੈਂ ਆਪਣੇ ਸਮਾਜ ਨੂੰ ਬਹੁਤ ਹੀ ਤਰਸਯੋਗ ਗਰੀਬੀ ਵਿੱਚ ਗਰਕਿਆ ਦੇਖ ਰਿਹਾ ਹਾਂ, ਜਿਸ ਨੂੰ ਮੇਰੇ ਵਰਗੇ ਅਮੀਰਾਂ ਦੇ ਸਾਥ ਸਹਾਰੇ ਦੀ ਸਖਤ ਲੋੜ ਹੈ। ਕਿਉਂ ਇਹ ਰਾਹ ਚੁਣਿਆ ਮੈਂ? ਕਿਉਂਕਿ ਮੇਰੀ ਜ਼ਿੰਦਗੀ ਦਾ ਸਰਾਪ ਹੀ ਮੇਰੇ ਲਈ ਵਰਦਾਨ ਬਣ ਚੁੱਕਿਆ ਹੈ।